ਮੁਲਕ ਵਿੱਚ ਹਲਾਲ ਅਤੇ ਝਟਕਾ ਮੀਟ ਨੂੰ ਲੈ ਕੇ ਨਵੀਂ ਬਹਿਸ ਛਿੜੀ ਹੋਈ ਹੈ। ਹਲਾਲ ਮੀਟ ਨੂੰ ਲੈ ਕੇ ਲੇਖਕ ਹਰਿੰਦਰ ਸਿੰਘ ਸਿੱਕਾ ਦਾ ਕਹਿਣਾ ਹੈ ਕਿ ਬਿਨਾਂ ਤੁਹਾਡੀ ਜਾਣਕਾਰੀ ਦੇ ਅੱਜ ਰੈਸਟੋਰੈਂਟ, ਹਵਾਈ ਸੇਵਾਵਾਂ ਅਤੇ ਟ੍ਰੇਨ ਵਿੱਚ ਹਲਾਲ ਮੀਟ ਸਪਲਾਈ ਹੋ ਰਿਹਾ ਹੈ। ਤੁਹਾਨੂੰ ਪਤਾ ਵੀ ਨਹੀਂ ਹੁੰਦਾ ਕਿ ਮੀਟ ਹਲਾਲ ਹੈ ਜਾਂ ਝਟਕਾ। ਪੂਰੇ ਪੰਜਾਬ ਵਿੱਚ ਤੁਹਾਨੂੰ ਹਲਾਲ ਮੀਟ ਹੀ ਮਿਲੇਗਾ। ਹਰਿੰਦਰ ਸਿੱਕਾ ਨੇ ਇਸ ਨੂੰ ਲੈ ਕੇ ਕਾਂਗਰਸ ਦੀ ਪਿਛਲੀ ਸਰਕਾਰ ਤੇ ਹੱਲਾ ਬੋਲਿਆ ਹੈ। ਉਹਨਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਦਾ ਇਹ ਹਿੰਦੂ ਮੁਸਲਮਾਨਾਂ ਦੇ ਨਾਲ ਕੀਤਾ ਅਜਿਹਾ ਧੋਖਾ ਹੈ ਜੋ ਕਿਸੇ ਹੋਰ ਦੇਸ਼ 'ਚ ਸੰਭਵ ਨਹੀਂ ਹੈ। ਕਾਂਗਰਸ ਸਰਕਾਰ ਨੇ ਅਜਿਹਾ ਕਾਨੂੰਨ ਬਣਾਇਆ ਕਿ ਕਿਸੇ ਨੂੰ ਪਤਾ ਹੀ ਨਹੀਂ ਚੱਲਣ ਦਿੱਤਾ। ਹਰਿੰਦਰ ਸਿੱਕਾ ਨੇ ਕਿਹਾ ਕਿ ਕੀ ਤੁਸੀਂ ਮੁਸਲਮਾਨਾਂ ਨੂੰ ਝਟਕਾ ਖਿਲਾ ਸਕਦੇ ਹੋ? ਉਹ ਆਪਣੀਆਂ ਦੁਕਾਨਾਂ ਖੜੇ ਕਰ ਦੇਣਗੇ। ਅਪੇਡਾ ਨੇ ਕਾਨੂੰਨ ਲਾ ਦਿੱਤਾ ਕਿ ਤੁਸੀਂ ਹਲਾਲ ਟੈਕਸ ਬੋਰਡ ਜਜੀਆ ਦੇਣਗੇ। ਔਰੰਗਜ਼ੇਬ ਦੇ ਸਮੇਂ ਜਜੀਆ ਕਰ ਅੱਜ ਵੀ ਇਸ ਟੈਕਸ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ। ਇਹ ਕਾਂਗਰਸ ਸਰਕਾਰ ਦਾ ਕੀਤਾ ਧਰਿਆ ਹੈ ਅਤੇ 10,000 ਕਰੋੜ ਹਲਾਲ ਟੈਕਸ ਬੋਰਡ ਨੂੰ ਜਾਂਦਾ ਹੈ। ਬੇਰੁਜ਼ਗਾਰੀ ਅਤੇ ਮੋਨੋਪਲੀ ਨੂੰ ਲੈ ਕੇ ਹਰਿੰਦਰ ਸਿੱਕਾ ਨੇ ਕਿਹਾ ਕਿ ਹਲਾਲ ਦੇ ਚੱਲਦਿਆਂ 1.5 ਕਰੋੜ ਤੋਂ ਵੱਧ ਲੋਕ ਬੇਰੁਜ਼ਗਾਰ ਹੋ ਗਏ। ਹਿੰਦੂ, ਸਿੱਖ ਅਤੇ ਖਟੀਕ ਭਾਈਚਾਰੇ ਦੇ ਲੋਕ ਬੇਰੁਜ਼ਗਾਰ ਹੋ ਚੁੱਕੇ ਹਨ। ਉਹਨਾਂ ਨੂੰ ਇੱਕ ਤਰ੍ਹਾਂ ਨਾਲ ਮਜਬੂਰ ਕਰ ਦਿੱਤਾ ਗਿਆ ਹੈ ਕਿ ਜਾਂ ਤਾਂ ਉਹ ਮੁਸਲਿਮ ਬਣ ਜਾਣ ਜਾਂ ਰੁਜ਼ਗਾਰ ਤੋਂ ਹੱਥ ਖੜੇ ਕਰ ਦੇਣ। ਕੋਈ ਹੋਟਲ ਜਾਂ ਰੈਸਟੋਰੈਂਟ ਕਿਉਂ ਨਹੀਂ ਸਾਫ਼ ਕਰਦਾ ਕਿ ਉਹਨਾਂ ਨੂੰ ਕੀ ਖਿਲਾਇਆ ਜਾ ਰਿਹਾ ਹੈ। ਕ੍ਰਿਸਮਸ ਤੋਂ ਪਹਿਲਾਂ ਕੇਰਲ ਵਿੱਚ ਕ੍ਰਿਸਚੀਅਨ ਨੇ ਇਸ ਗੱਲ ਨੂੰ ਲੈ ਕੇ ਵਿਦਰੋਹ ਕੀਤਾ। ਉਹਨਾਂ ਨੇ ਕਿਹਾ ਕਿ ਕੱਲ ਟੁਕੜੇ ਗੈਂਗ ਸਰਗਰਮ ਹੋ ਜਾਣਗੇ ਤੇ ਸੈਕੂਲਰ ਸਮਾਜ ਤੇ ਹਮਲਾ ਹੈ। ਉਹਨਾਂ ਨੇ ਕਿਹਾ ਕਿ ਮੋਨੋਪਲੀ ਇਸ ਕਦਰ ਹੈ ਕਿ ਅੱਜ ਝਟਕਾ ਆਪਰੇਟਰ ਬੰਦ ਹੋ ਗਿਆ ਹੈ ਅਤੇ ਜਾਂ ਬੰਦ ਹੋਣ ਦੀ ਕਗਾਰ ਤੇ ਹੈ। ਏਅਰ ਇੰਡੀਆ, ਟ੍ਰੇਨ, CRPF, ਹੋਟਲ, ਰੈਸਟੋਰੈਂਟ ਸਿਰਫ ਹਲਾਲ ਦੀ ਕੰਟਰੈਕਟ ਦੇ ਰਹੇ ਹਨ। ਹਰਿੰਦਰ ਸਿੱਕਾ ਨੇ ਕਿਹਾ ਕਿ ਆਟਾ, ਚਾਵਲ, ਦਾਲ ਤੇ ਵੈਕਸੀਨ 'ਚ ਹਲਾਲ ਕਿਵੇਂ ਆ ਗਿਆ? ਇਹ ਸ਼ਰੀਅਤ ਲਗਾਉਣ ਦਾ ਤਰੀਕਾ ਹੈ। ਸ਼੍ਰੀਲੰਕਾ 'ਚ ਬੈਨ ਕੀਤਾ ਗਿਆ ਹੈ। ਯੂਰਪ ਕੋਰਟ ਨੇ ਇਸ ਨੂੰ ਬੈਨ ਕੀਤਾ, ਤਾਂ ਸਾਨੂੰ ਫਿਰ ਕੀ ਦਿੱਕਤ ਹੈ? ਉਹਨਾਂ ਨੇ ਕਿਹਾ ਕਿ ਹਲਾਲ ਟੈਕਸ ਦੇ ਰੂਪ ਵਿੱਚ ਕਰੋੜਾਂ ਰੁਪਏ ਜੋ ਕਮਾਏ ਜਾਂਦੇ ਹਨ, ਇਹ ਉਹਨਾਂ ਨੂੰ ਬਚਾਉਣ ਦੇ ਕੰਮ ਆਉਂਦਾ ਹੈ ਜੋ ਅੱਤਵਾਦ ਦੇ ਇਲਜ਼ਾਮਾਂ 'ਚ ਫੜੇ ਜਾਂਦੇ ਹਨ। ਉਹਨਾਂ ਨੇ ਕਾਨੂੰਨੀ ਸਹਾਇਤਾ ਉਪਲਬਧ ਕਰਵਾਉਂਦੇ ਹਨ। ਹਰਿੰਦਰ ਸਿੰਘ ਸਿੱਕਾ ਨੇ ਕਿਹਾ ਕਿ ਜਮਾਤ-ਉਲ-ਹਿੰਦ ਵਰਗੇ ਸੰਗਠਨ ਜੋ ਦਹਿਸ਼ਤਗਰਦੀ ਗਤੀਵਿਧੀਆਂ 'ਚ ਸ਼ਾਮਲ ਲੋਕਾਂ ਨੂੰ ਕਾਨੂੰਨੀ ਸਹਾਇਤਾ ਦਿੰਦੇ ਹਨ। ਇਹ ਇਲਜ਼ਾਮ ਹਰਿੰਦਰ ਸਿੰਘ ਸਿੱਕਾ ਵੱਲੋਂ ਲਗਾਏ ਗਏ ਹਨ। ਚਲਾਕੀ ਕਾਂਗਰਸ ਨੇ ਸਾਡੇ ਨਾਲ ਕੀਤੀ। ਚਲਾਕੀਆਂ ਤੋਂ ਹੀ ਕਰਦੇ ਰਹੇ। 84 'ਚ ਉਹਨਾਂ ਨੇ 10,000 ਸਿੱਖਾਂ ਨੂੰ ਮਾਰਤਾ। ਔਰ ਇਹਨਾਂ ਨੇ ਇੱਕ ਬੜੀ ਸਾਜ਼ਿਸ਼ ਦੇ ਨਾਲ ਅਪੇਡਾ, ਜਿਹੜੀ ਕਿ ਸਰਕਾਰ ਦੀ ਆਪਣੀ ਆਰਗੇਨਾਈਜੇਸ਼ਨ ਹੈ, ਐਗਰੀਕਲਚਰ ਪ੍ਰੋਡਿਊਸਰਸ ਐਕਸਪੋਰਟਸ ਆਰਗੇਨਾਈਜੇਸ਼ਨ, ਉਹਦੇ 'ਚ ਕੰਪਲਸ਼ਨ ਪਾਤੀ ਕਿ ਸਿਰਫ ਹਲਾਲ ਵੇਚਣ ਵਾਲੇ ਹੀ ਐਕਸਪੋਰਟ ਕਰ ਸਕਦੇ ਨੇ। ਔਰ ਉਹਨਾਂ ਦੇ ਪ੍ਰੋਡਕਸ਼ਨ ਜੋ ਹੈ ਉਹਦੇ ਵਿੱਚ, ਉਸ ਮੀਟ ਦੀ ਪ੍ਰੋਡਕਸ਼ਨ ਵਿੱਚ ਉਸ ਤਰ੍ਹਾਂ ਹੀ ਪ੍ਰੋਸੈਸ ਹੋਣਾ ਚਾਹੀਦਾ ਜਿਸ ਤਰ੍ਹਾਂ ਇਸਲਾਮਿਕ ਤਰੀਕੇ ਨਾਲ ਹੁੰਦਾ ਹੈ। ਔਰ ਇਹਨੇ ਸਖਤ ਕਾਨੂੰਨ ਬਣਾਤੇ ਕਿ ਇੱਕ ਹਿੰਦੂ, ਸਿੱਖ, ਪੰਜਾਬੀ ਕੋਈ ਵੀ ਉਹਦੇ ਵਿੱਚ ਆ ਹੀ ਨਹੀਂ ਸਕਦਾ ਸੀ। ਔਰ ਉਹਨਾਂ ਨੇ ਇਤਨਾ ਤਰੀਕੇ ਨਾਲ ਕੀਤਾ ਕਿ ਆਮ ਆਦਮੀ ਨੂੰ ਸਮਝ ਹੀ ਨਹੀਂ ਪਈ। ਹੌਲੇ ਹੌਲੇ 10-15 ਸਾਲ ਵਿੱਚ ਲਗਭਗ 4 ਕਰੋੜ ਜਿਹੜੇ ਜੌਬਸ ਸੀਗੇ, ਨੌਕਰੀਆਂ ਪੇਸ਼ੇ ਸੀਗੇ, ਉਹ ਸਾਰੇ ਮੁਸਲਮਾਨਾਂ ਦੇ ਹੱਥ 'ਚ ਚਲੇ ਗਏ। ਔਰ ਅੱਜ ਦੀ ਤਾਰੀਖ ਵਿੱਚ 5 ਸਟਾਰ ਹੋਟਲਸ, ਰੈਸਟੋਰੈਂਟਸ, ਢਾਬਾ ਔਰ ਜਿੰਨੇ ਤੁਹਾਡੇ ਏਅਰਲਾਈਨਸ ਨੇ ਔਰ ਜਿੰਨੀ ਫੋਰਸਿਸ ਨੇ, ਏਅਰ ਇੰਡੀਆ ਹੈ, ਇਹਨਾਂ ਸਾਰਿਆਂ ਵਿੱਚ ਸਿਰਫ ਹਲਾਲ ਵਿਕਦਾ ਹੈ। ਸਾਨੂੰ ਪਤਾ ਹੀ ਨਹੀਂ ਚੱਲਦਾ ਕਿ ਹਲਾਲ ਵਿਕ ਰਿਹਾ, ਕਿਉਂਕਿ ਕਿੱਥੇ ਦੱਸਦੇ ਵੀ ਨਹੀਂ ਹੈ ਨਾ। ਹਲਾਲ ਉਹਨਾਂ ਲਈ ਤਾਂ ਠੀਕ ਹੈ, ਮੁਸਲਮਾਨਾਂ ਲਈ ਉਹਨਾਂ ਦੇ ਧਰਮ ਦੇ ਹਿਸਾਬ ਨਾਲ ਹੈ, ਮਜ਼ਹਬ ਦੇ ਹਿਸਾਬ ਨਾਲ ਹੈ, ਲੇਕਿਨ ਸਿੱਖਾਂ ਲਈ, ਪੰਜਾਬੀਆਂ ਲਈ, ਹਿੰਦੂਆਂ ਲਈ ਹਰਾਮ ਹੈ। ਔਰ ਇਸ ਮੁੱਦੇ ਨੂੰ ਚੁੱਕਿਆ, ਸਰਕਾਰ ਨੂੰ ਦੱਸਿਆ ਕਿ ਅੱਜ ਇਸ ਹਲਾਲ ਦਾ ਬਿਜ਼ਨਸ 1,10,000 ਕਰੋੜ ਰੁਪਇਆ ਹੋ ਗਿਆ ਹੈ। ਅਪੇਡਾ ਵਿੱਚ 56 ਕੰਪਨੀਆਂ ਜਿਹੜੀ ਕਿ ਮੀਟ ਪ੍ਰੋਡਿਊਸ ਕਰਦੀ ਹੈ ਰਜਿਸਟਰਡ ਨੇ। 55 ਦੇ ਵਿੱਚ ਸਿਰਫ ਮੁਸਲਮਾਨਾਂ ਦੀ ਕੰਪਨੀਆਂ ਨੇ। ਔਰ ਇੱਕ ਜੋ ਹਿੰਦੂ ਹੈ, ਕਮਾਂਡਰ ਸਬਰਵਾਲ ਕਰਕੇ ਇੱਕ ਹੈ, ਉਹਦੀ ਕੰਪਨੀ ਦਾ ਨਾਮ ਹੈ ਅਲ-ਕਬੀਰ। ਫਿਰ ਇਹਨਾਂ ਨੇ ਇੱਕ ਆਈਡੀਆ ਦੇਣਾ ਸ਼ੁਰੂ ਕੀਤਾ ਜੀ, ਐਕਸਕਿਊਜ਼ ਦੇਣਾ ਸ਼ੁਰੂ ਕੀਤਾ, ਜੀ ਇਹ ਤਾਂ ਮੁਸਲਮਾਨਾਂ ਦੇ ਦੇਸ਼ਾਂ ਵਿੱਚ ਕੰਪਲਸਰੀ ਹੈ। लेकिन
ਫਿਰ ਉਹਨਾਂ ਨੂੰ ਦੱਸਿਆ ਗਿਆ ਕਿ ਮੈਜੋਰਿਟੀ ਐਕਸਪੋਰਟ ਤੇ ਚਾਈਨਾ ਵੀ ਜਾ ਰਿਹਾ, ਵੀਅਤਨਾਮ ਜਾ ਰਿਹਾ, ਬੰਗਲਾ ਇਧਰ ਸ਼੍ਰੀਲੰਕਾ ਜਾ ਰਿਹਾ, ਇੱਥੇ ਤਾਂ ਕੋਈ ਕੰਪਲਸ਼ਨ ਨਹੀਂ ਹੈ। ਤਾਂ ਇਹਨਾਂ ਨੇ ਇੱਕ ਜਾਲ ਜਿਹਾ ਬੁਣ ਕੇ ਇੱਕ ਮੁਸਲਿਮ ਅਪੀਜ਼ਮੈਂਟ ਨੂੰ ਲਿਆ ਕੇ ਸਾਹਮਣੇ ਤੇ ਸਾਡੇ ਸਾਹਮਣੇ ਜ਼ਹਿਰ ਪੋਤਾ। ਇਹਨਾਂ ਨੇ ਪੁੱਛਿਆ ਸੀ ਕਿ ਕੀ ਮੁਸਲਮਾਨਾਂ ਨੂੰ ਅਗਰ ਝਟਕਾ ਖਿਲਾ ਦਿੱਤਾ ਜਾਵੇ ਤੇ ਉਹਨਾਂ ਨੂੰ ਮਨਜ਼ੂਰ ਹੋਏਗਾ? ਤੁਸੀਂ ਕਿੰਨੇ ਪੰਜਾਬ ਦੇ ਏਰੀਆਜ਼ ਨੇ, ਹਰਿਆਣਾ ਵਿੱਚ ਨੇ, ਜਿੱਥੇ ਪੰਜਾਬੀ ਸੂਬਾ ਬਹੁਤ ਜ਼ਿਆਦਾ ਹੈ, ਉੱਥੇ ਹਲਾਲ ਸਰਵ ਕਰ ਰਹੇ ਹੋ? ਤੁਹਾਨੂੰ ਸ਼ਰਮ ਨਹੀਂ ਆਉਂਦੀ? ਇੰਨੇ ਵਿਕ ਗਏ ਤੁਸੀਂ। ਇਹ ਬੜੇ ਕੌੜੇ ਸਵਾਲ ਨੇ ਜੋ ਉਹਨਾਂ ਨੂੰ ਮੂੰਹ ਤੇ ਪੁੱਛੇ ਗਏ ਨੇ, ਸਰਕਾਰ ਨੂੰ ਪੁੱਛਿਆ ਗਿਆ ਹੈ। ਔਰ ਏਅਰ ਇੰਡੀਆ ਵਿੱਚ ਜਦੋਂ ਤੁਸੀਂ ਟਰੈਵਲ ਕਰੋ, ਤੁਹਾਨੂੰ ਏਅਰ ਇੰਡੀਆ ਦੱਸਦੀ ਨਹੀਂ ਹੈ, ਟ੍ਰੇਨਸ ਦੱਸਦੀਆਂ ਨਹੀਂ ਹਨ ਕਿ ਅਸੀਂ ਤੁਹਾਨੂੰ ਹਲਾਲ ਸਰਵ ਕਰ ਰਹੇ ਹਾਂ। ਇੱਕ ਆਮ ਜਿਹੜਾ ਮੁਸਾਫਿਰ ਹੈ ਉਹ ਤਾਂ ਚੁੱਪਚਾਪ ਖਾ ਲੇਗਾ, ਸਮਝਦੇ ਹੋਏ ਕਿ ਜੀ ਇਹ ਤਾਂ ਝਟਕਾ ਹੀ ਹੋਣਾ, ਕਿਉਂਕਿ ਮੁਸਲਿਮ ਆਬਾਦੀ ਥੋੜੀ ਹੈ, ਹਿੰਦੂ, ਪੰਜਾਬੀ, ਸਿੱਖ ਬਹੁਤ ਜ਼ਿਆਦਾ ਨੇ। ਤੇ ਇਹ ਧੋਖਾ ਕਿਉਂ ਕੀਤਾ ਗਿਆ? ਇਹਦਾ ਬੜਾ ਸਿੰਪਲ ਜਿਹਾ ਤਰੀਕਾ ਹੈ, ਉਹਨਾਂ ਦਾ ਵਜ੍ਹਾ ਹੈ ਅਪੀਜ਼ਮੈਂਟ ਕਰੋ। ਮੁਸਲਮਾਨਾਂ ਦੇ ਆਪਣੇ ਧਰਮ ਵਿੱਚ, ਮਜ਼ਹਬ ਵਿੱਚ ਇਜਾਜ਼ਤ ਨਹੀਂ ਹੈ ਕਿਸੇ ਨੂੰ ਚੀਟਿੰਗ ਕਰਨਾ। ਤਾਂ ਉਹਨਾਂ ਵਿੱਚੋਂ ਜੋ ਫੰਡਾਮੈਂਟਲਿਸਟ ਨੇ ਉਹ ਬਹੁਤ ਥੋੜੇ ਹੈ। ਉਹ ਥੋੜੇ ਜਿਹੇ ਫੰਡਾਮੈਂਟਲਿਸਟ 1-2% ਜਿੰਨੇ ਵੀ ਹਨ ਉਹ, ਔਰ 100% ਕਾਂਗਰਸ, ਇਹਨਾਂ ਨੇ ਮਿਲ ਕੇ ਗੱਠਜੋੜ ਕੀਤੀ ਔਰ ਇਸ ਤਰ੍ਹਾਂ ਹਲਾਲ ਨੂੰ ਵਧਾ ਦਿੱਤਾ। ਐਗਰੀਕਲਚਰ ਐਂਡ ਪ੍ਰੋਸੈਸਿੰਗ ਫੂਡ ਪ੍ਰੋਡਕਟਸ ਐਕਸਪੋਰਟ ਡਿਪਾਰਟਮੈਂਟ ਅਥਾਰਟੀ ਨੇ ਸੋਮਵਾਰ ਨੂੰ ਲਾਲ ਮੀਟ ਦੇ ਮੈਨੂਅਲ ਵਿੱਚੋਂ ਹਲਾਲ ਸ਼ਬਦ ਹਟਾ ਦਿੱਤਾ, ਜੋ ਸੱਜੇ ਪੱਖੀ ਹਿੰਦੂਤਵ ਸਮੂਹਾਂ ਦੇ ਦੋਸ਼ਾਂ ਦੇ ਵਿਚਕਾਰ ਮੀਟ ਦੀ ਬਰਾਮਦ ਦੀ ਰੂਪ ਰੇਖਾ ਨੂੰ ਦਰਸਾਉਂਦਾ ਹੈ ਕਿ ਮੁਸਲਿਮ ਬਰਾਮਦਕਾਰਾਂ ਨੂੰ ਇੱਕ ਨਜਾਇਜ਼ ਕਾਰੋਬਾਰ ਦਾ ਫਾਇਦਾ ਦਿੰਦਾ ਹੈ। ਇਹ ਖੁਲਾਸੇ ਹਿੰਦੁਸਤਾਨ ਟਾਈਮਜ਼ ਰਿਪੋਰਟ ਵਿੱਚ ਕੀਤੇ ਗਏ ਹਨ। ਹਲਾਲ ਨਬੀ ਮੁਹੰਮਦ ਦੀਆਂ ਸਿੱਖਿਆਵਾਂ ਤੋਂ ਪ੍ਰਾਪਤ ਕੁਰਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਰਿਆ ਗਿਆ ਮਾਸ ਅਤੇ ਪੋਲਟਰੀ ਹੈ। ਇਸ ਖਾਸ ਤਰੀਕੇ ਨਾਲ ਕੱਟੇ ਗਏ ਮੀਟ ਨੂੰ ਹਲਾਲ ਪ੍ਰਮਾਣਿਤ ਵਜੋਂ ਲੇਬਲ ਦਿੱਤਾ ਜਾਂਦਾ ਹੈ, ਕਿਉਂਕਿ ਕਈ ਇਸਲਾਮੀ ਦੇਸ਼ ਸਿਰਫ ਇਸ ਨੂੰ ਆਯਾਤ ਕਰਦੇ ਹਨ। ਭਾਰਤ ਇਹਨਾਂ ਵਿੱਚੋਂ ਬਹੁਤ ਸਾਰੇ ਦੇਸ਼ਾਂ ਵਿੱਚ ਬੀਫ ਬਰਾਮਦ ਕਰਦਾ ਹੈ। ਵਣਜ ਮੰਤਰਾਲੇ ਅਧੀਨ ਕੰਮ ਕਰਨ ਵਾਲੀ ਸਰਕਾਰੀ ਸੰਸਥਾ ਨੇ ਸੋਧੇ ਹੋਏ ਦਸਤਾਵੇਜ਼ ਵਿੱਚ ਕਿਹਾ ਕਿ ਦੇਸ਼ ਆਯਾਤ ਕਰਨ ਦੀ ਲੋੜ ਅਨੁਸਾਰ ਬੀਫ ਦੀ ਸਪਲਾਈ ਹੁੰਦੀ ਹੈ। ਪੁਰਾਣੇ ਸੰਸਕਰਨ ਵਿੱਚ ਇਹ ਲਿਖਿਆ ਸੀ ਕਿ ਇਸਲਾਮੀ ਦੇਸ਼ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਹਲਾਲ ਦੇ ਢੰਗ ਅਨੁਸਾਰ ਜਾਨਵਰਾਂ ਨੂੰ ਵੱਢਿਆ ਜਾਂਦਾ ਹੈ। ਅਪੇਡਾ ਨੇ ਸਪਸ਼ਟ ਕਰ ਦਿੱਤਾ ਹੈ ਕਿ ਭਾਰਤ ਸਰਕਾਰ ਵੱਲੋਂ ਹਲਾਲ ਮਾਸ ਬਾਰੇ ਕੋਈ ਸ਼ਰਤ ਨਹੀਂ ਲਗਾਈ ਗਈ। ਦਾ ਇੰਡੀਅਨ ਐਕਸਪ੍ਰੈਸ ਦੇ ਅਨੁਸਾਰ ਇਸ ਵਿੱਚ ਕਿਹਾ ਗਿਆ ਹੈ ਕਿ ਬਹੁਤ ਸਾਰੇ ਆਯਾਤ ਕਰਨ ਵਾਲੇ ਦੇਸ਼ਾਂ ਆਯਾਤ ਕਰਨ ਵਾਲੀਆਂ ਲੋੜਾਂ ਹਨ। ਹਲਾਲ ਪ੍ਰਮਾਣੀਕਰਨ ਏਜੰਸੀਆਂ ਨੂੰ ਸੰਬੰਧਿਤ ਆਯਾਤ ਕਰਨ ਵਾਲੇ ਦੇਸ਼ ਸਿੱਧੇ ਤੌਰ ਤੇ ਪ੍ਰਮਾਣਿਤ ਕਰਦੇ ਹਨ। ਇਸ ਵਿੱਚ ਕਿਸੇ ਵੀ ਸਰਕਾਰੀ ਏਜੰਸੀ ਦੀ ਕੋਈ ਭੂਮਿਕਾ ਨਹੀਂ ਹੈ। ਸੱਜੇ ਪੱਖੀ ਸਮੂਹ ਦੇਸ਼ ਵਿੱਚ ਉਤਪਾਦਾਂ ਲਈ ਹਲਾਲ ਪ੍ਰਮਾਣੀਕਰਨ ਦੇ ਵਿਰੁੱਧ ਹਨ। ਵਿਸ਼ਵ ਹਿੰਦੂ ਪਰਿਸ਼ਦ ਉਹਨਾਂ ਵਿੱਚੋਂ ਇੱਕ ਹੈ ਜੋ ਆਪਣੀ ਆਲੋਚਨਾ ਵਿੱਚ ਆਵਾਜ਼ ਬੁਲੰਦ ਕਰ ਰਹੇ ਹਨ। ਇਸ ਦੌਰਾਨ ਇੱਕ ਹੋਰ ਸਮੂਹ ਜਿਸ ਨੂੰ ਹਲਾਲ ਨਿਯੰਤਰਣ ਮੰਚ ਜਾਂ ਹਲਾਲ ਰੈਗੂਲੇਸ਼ਨ ਫੋਰਮ ਕਿਹਾ ਜਾਂਦਾ ਹੈ ਨੇ ਇਸ ਦਾ ਸਿਹਰਾ ਉਦੋਂ ਲਿਆ ਜਦੋਂ ਐਪੀਡਾ ਵੱਲੋਂ ਇਸ ਦੇ ਮੈਨੂਅਲ ਨੂੰ ਅਪਡੇਟ ਕਰਨ ਦਾ ਫੈਸਲਾ ਲਿਆ ਗਿਆ, ਜਿਸ ਵਿੱਚ ਮੀਟ ਦੀ ਬਰਾਮਦ ਲਈ ਵੱਖ-ਵੱਖ ਸਰਕਾਰੀ ਨਿਯਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਸੀ। HNM ਦੇ ਬੁਲਾਰੇ ਹਰਿੰਦਰ ਸਿੱਕਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਐਪੀਡਾ ਨੂੰ ਇਹ ਆਦੇਸ਼ ਜਾਰੀ ਕਰਨ ਲਈ ਮਜਬੂਰ ਕੀਤਾ ਸੀ ਕਿ ਸਾਰੇ ਨਿਰਮਾਤਾ ਜਾਂ ਮੀਟ ਦੇ ਨਿਰਯਾਤ ਕਰਨ ਵਾਲਿਆਂ ਨੂੰ ਲਾਜ਼ਮੀ ਤੌਰ ਤੇ ਐਪੀਡਾ ਨਾਲ ਰਜਿਸਟਰਡ ਕਰਨਾ ਪਵੇਗਾ ਅਤੇ ਕੇਵਲ ਹਲਾਲ ਪ੍ਰਮਾਣਿਤ ਮੀਟ ਹੀ ਖਰੀਦਣਾ ਤੇ ਹਾਸਲ ਕਰਨਾ ਪਵੇਗਾ। ਨਤੀਜੇ ਵਜੋਂ ਹਿੰਦੂ, ਸਿੱਖ, ਅਨੁਸੂਚਿਤ ਜਾਤੀ ਸਮੇਤ ਇਸ ਧੰਦੇ ਨਾਲ ਜੁੜੇ 40 ਮਿਲੀਅਨ ਤੋਂ ਵੱਧ ਲੋਕ ਸਿੱਧੇ ਪ੍ਰਭਾਵਿਤ ਹੋਏ ਹਨ। ਉਸ ਸਮੇਂ ਸਰਕਾਰ ਦਾ ਤਰਕ ਇਹ ਸੀ ਕਿ ਮੀਟ ਮੁੱਖ ਤੌਰ ਤੇ ਮੱਧ ਪੂਰਬ ਨੂੰ ਨਿਰਯਾਤ ਕੀਤਾ ਜਾਂਦਾ ਹੈ, ਜਿੱਥੇ ਲੋੜ ਹਲਾਲ ਮੀਟ ਦੀ ਹੁੰਦੀ ਹੈ। ਹਾਲਾਂਕਿ ਸੱਚਾਈ ਨਹੀਂ ਹੈ। ਸਿੱਕਾ ਨੇ ਇਹ ਵੀ ਕਿਹਾ ਕਿ ਭਾਰਤ ਦੀ ਸਭ ਤੋਂ ਵੱਡੀ ਮੀਟ ਮਾਰਕੀਟ ਚੀਨ ਹੈ ਅਤੇ ਇਸ ਨੂੰ ਹਲਾਲ ਸਰਟੀਫਿਕੇਟ ਦੀ ਲੋੜ ਨਹੀਂ ਹੈ ਅਤੇ ਨਾ ਹੀ ਉਹ ਮੰਗਵਾਉਂਦੀ ਹੈ ਕਿ ਸ੍ਰੀਲੰਕਾ ਵਰਗੇ ਹੋਰ ਦੇਸ਼ਾਂ ਨੇ ਵੀ ਇਸ ਪ੍ਰਥਾ ਤੇ ਪਾਬੰਦੀ ਲਾਈ ਹੈ। ਤਾਂ ਇਸ ਵੇਲੇ ਹਲਾਲ ਤੇ ਝਟਕਾ ਮੀਟ ਨੂੰ ਲੈ ਕੇ ਮੁਲਕ ਵਿੱਚ ਲਗਾਤਾਰ ਪਹਿਲਾਂ ਵੀ ਸਿਆਸਤ ਪੱਖੀ ਰਹੀ ਹੈ, ਪਰ ਫਿਲਹਾਲ ਇਹ ਮੁੱਦਾ ਸੁਰਖੀਆਂ ਵਿੱਚ ਹੈ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।